ਹੈਲੋ ਸਟੂਡੈਂਟਸ, ਅੱਜ ਅਸੀਂ ਜਿਹੜਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ, ਅਰਥ ਮੂਵਿੰਗ ਦਾ ਲਾਸਟ ਟੌਪਿਕ ਹੈ। ਬੁਲਡੋਜ਼ਰ, ਸਕ੍ਰੈਪਰ, ਕ੍ਰੇਨ, ਫਰੰਟ ਐਂਡ ਲੋਡਰ, ਇਹ ਅਸੀਂ ਸਾਰੇ ਡਿਸਕਸ ਕਰ ਚੁੱਕੇ ਹਾਂ। ਅੱਜ ਅਸੀਂ ਜਿਹੜਾ ਟੌਪਿਕ ਡਿਸਕਸ ਕਰਨ ਜਾਣਾ ਹੈ ਉਹ ਹੈ ਲੈਵਲਰ। ਲੈਵਲਰ ਮੀਨਸ, ਜਿੱਦਾਂ ਕਿ ਨਾਮ ਤੋਂ ਪਤਾ ਲੱਗਦਾ ਪਿਆ ਵੀ ਆਪਾਂ ਆਪਣੀ ਖੇਤੀਬਾੜੀ 'ਚ ਇੱਦਾਂ ਦੇ ਇੰਸਟਰੂਮੈਂਟ ਵੀ ਯੂਜ਼ ਕਰਦੇ ਹਾਂ ਜਿਹੜੇ ਖੇਤ ਨੂੰ ਲੈਵਲਡ ਕਰਦੇ ਨੇ, ਇੱਕ ਲੈਵਲ 'ਤੇ ਕਰਦੇ ਨੇ, ਉਹਨੂੰ ਅਸੀਂ ਲੈਵਲਰ ਕਹਿੰਦੇ ਹਾਂ। ਇੱਦਾਂ ਲੈਵਲਰ ਆਪਾਂ ਸਿਵਲ ਇੰਜੀਨੀਅਰਿੰਗ 'ਚ ਵੀ ਯੂਜ਼ ਕਰਦੇ ਹਾਂ, ਕੰਸਟਰਕਸ਼ਨ 'ਚ ਵੀ ਯੂਜ਼ ਕਰਦੇ ਹਾਂ, ਬਟ ਉੱਥੇ ਜਿਹੜੇ ਲੈਵਲਰ ਨੇ ਉਹ ਅਲੱਗ ਤਰ੍ਹਾਂ ਦੇ ਨੇ, ਉਹਨੂੰ ਅਸੀਂ ਗਰੇਡਰ ਕਹਿੰਦੇ ਹਾਂ। ਉਹ ਅਲੱਗ ਚੀਜ਼ ਹੈ, ਗਰੇਡਰ ਜਿਹੜਾ ਲੈਵਲਰ ਹੈ ਉਹ ਅਲੱਗ ਚੀਜ਼ ਹੈ। ਸੋ ਅਸੀਂ ਆਪਣੇ ਟੌਪਿਕ ਦੇ ਵਿੱਚ ਲੈਵਲਰ ਬਾਰੇ ਡਿਸਕਸ ਕਰਾਂਗੇ ਵੀ ਲੈਵਲਰ ਕੀ ਚੀਜ਼ ਹੈ, ਕਿੱਦਾਂ ਕੰਮ ਕਰਦਾ ਹੈ। ਲੈਵਲਰ ਦੇ ਵਿੱਚ ਉਹ ਕੀ ਕਹਿੰਦੇ ਨੇ, uneven soil surface has a major impact on the germination, stand and yield of crops due to inhomogeneous water distribution and soil moisture। ਇਹ ਤੁਹਾਨੂੰ ਕਿਸੇ ਬੁੱਕ ਦੇ ਵਿੱਚ ਨਹੀਂ ਮਿਲੇਗਾ, ਮੈਂ ਖੁਦ ਤਿਆਰ ਕੀਤਾ PDF ਹੈ, ਠੀਕ ਹੈ। ਇਸ ਕਰਕੇ ਇਹਦੇ 'ਚ ਜਿਹੜੀ ਵਰਡਿੰਗ ਹੈ ਉਹ ਥੋੜ੍ਹੀ ਟਿਪੀਕਲ ਵੀ ਹੋ ਸਕਦੀ ਹੈ, ਟਫ ਵੀ ਹੋ ਸਕਦੀ ਹੈ, ਬਟ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਜਿੰਨਾ ਸਿੰਪਲ ਟੂ ਸਿੰਪਲ ਸਮਝਾ ਸਕਾਂ। ਕੀ ਕਹਿੰਦੇ ਆ ਅਨਈਵਨ ਸੋਇਲ ਸਰਫੇਸ। ਅਨਈਵਨ ਸੋਇਲ ਸਰਫੇਸ ਦਾ ਮਤਲਬ ਕੀ ਹੈ ਵੀ ਜਿਹੜੀ ਮਿੱਟੀ ਹੈ ਉਹਨੂੰ ਸਹੀ ਤਰ੍ਹਾਂ ਡਿਸਟਰੀਬਿਊਟ ਨਹੀਂ ਕੀਤਾ ਗਿਆ ਗਰਾਊਂਡ ਦੇ ਉੱਪਰ, ਅਨਈਵਨ ਹੈ, ਕਿਤੇ ਮਿੱਟੀ ਜ਼ਿਆਦਾ ਹੈ, ਕਿਤੇ ਮਿੱਟੀ ਘੱਟ ਹੈ, ਠੀਕ ਹੈ। ਉਹਨੂੰ ਅਸੀਂ ਕਹਿੰਦੇ ਹਾਂ ਅਨਈਵਨ ਸੋਇਲ ਸਰਫੇਸ, ਠੀਕ ਹੈ। ਕਹਿੰਦੇ ਉਹਦਾ ਨਾ ਮੇਜਰ ਇੰਪੈਕਟ ਹੈ ਕਾਹਦੇ ਉੱਤੇ, ਫਸਲਾਂ ਦੇ ਉੱਤੇ, ਵੀ ਫਸਲਾਂ ਕਿੱਦਾਂ ਉਗਣੀਆਂ, ਉਹਨਾਂ ਨੇ ਕਿੰਨਾ ਕੁ ਉੱਪਰ ਜਾਣਾ ਹੈ, ਠੀਕ ਹੈ, ਅਤੇ ਕਿੰਨੀ ਸਾਨੂੰ ਫਸਲ ਜਿਹੜੀ ਹੈ ਵਧੀਆ ਮਿਲਣੀ ਹੈ ਜਾਂ ਕਿੰਨੀ ਸਾਨੂੰ ਲੋ ਗ੍ਰੇਡ ਦੀ ਮਿਲਣੀ ਹੈ, ਉਹ ਕਿਹਦੇ 'ਤੇ ਡਿਪੈਂਡ ਕਰਦਾ ਹੈ, ਸੋਇਲ ਸਰਫੇਸ 'ਤੇ, ਵੀ ਮਿੱਟੀ ਜਿਹੜੀ ਹੈ ਉਹ ਕਿੱਦਾਂ ਫੈਲਾਈ ਗਈ ਹੈ। ਡਿਊ ਟੂ ਹੋਮੋਜੀਨੀਅਸ ਵਾਟਰ ਡਿਸਟਰੀਬਿਊਸ਼ਨ, ਇਨਹੋਮੋਜੀਨੀਅਸ ਵਾਟਰ ਡਿਸਟਰੀਬਿਊਸ਼ਨ, ਕਹਿੰਦੇ ਜੇ ਮਿੱਟੀ ਸਹੀ ਤਰ੍ਹਾਂ ਨਹੀਂ ਫੈਲੀ ਹੋਏਗੀ ਨਾ, ਕਿਤੇ ਪਾਣੀ ਜ਼ਿਆਦਾ ਇਕੱਠਾ ਹੋ ਜਾਏਗਾ, ਕਿਤੇ ਪਾਣੀ ਜਾਏਗਾ ਹੀ ਨਹੀਂ, ਠੀਕ ਹੈ, ਕਿਤੇ ਮੋਇਸਚਰ ਜ਼ਿਆਦਾ ਹੋ ਜਾਏਗਾ, ਕਿਤੇ ਮੋਇਸਚਰ ਪਹੁੰਚੇਗਾ ਹੀ ਨਹੀਂ। ਇਸ ਕਰਕੇ ਉਹਨਾਂ ਨੇ ਕੀ ਕਿਹਾ ਵੀ ਜਦੋਂ ਵੀ ਆਪਾਂ ਕਿਸੇ ਖੇਤ ਦੇ ਵਿੱਚ ਫਸਲ ਉਗਾਉਣੀ ਹੈ ਉਹਦਾ ਪਹਿਲੇ ਇੱਕ ਲੈਵਲ 'ਤੇ ਹੋਣਾ ਜ਼ਰੂਰੀ ਹੈ। ਜੇ ਇੱਕ ਲੈਵਲ 'ਤੇ ਖੇਤ ਹੋਏਗਾ ਅਤੇ ਪਾਣੀ ਜਿਹੜਾ ਹੈ ਉਹਨੂੰ ਅਸੀਂ ਈਜ਼ੀਲੀ ਆਪਣੇ ਅਕੋਰਡਿੰਗ ਡਿਸਟਰੀਬਿਊਟ ਕਰ ਸਕਦੇ ਹਾਂ। ਪਾਣੀ ਮੰਨ ਲਓ ਆਪਾਂ ਕਿਤੇ ਰੋਕਣਾ ਚਾਹੁੰਦੇ ਹਾਂ, ਉਹਨੂੰ ਰੋਕ ਵੀ ਸਕਦੇ ਹਾਂ, ਠੀਕ ਹੈ। ਇਹ ਨਹੀਂ ਵੀ ਕਿਤੇ ਖੱਡਾ ਹੈ, ਕਿਤੇ ਉਚਾਈ ਹੈ, ਕਿਤੇ ਇੱਕਦਮ ਡੂੰਘਾਈ ਹੈ, ਇੱਦਾਂ ਦੀ ਜਗ੍ਹਾ 'ਤੇ ਜੇ ਆਪਾਂ ਫਸਲ ਉਗਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਉਹਦੇ ਨਾਲ ਵਾਟਰ ਡਿਸਟਰੀਬਿਊਸ਼ਨ ਹੈ ਉਹ ਸਹੀ ਨਹੀਂ ਰਹਿਣਾ, ਜਿਹੜਾ ਸੋਇਲ ਦਾ ਮੋਇਸਚਰ ਹੈ ਉਹ ਸਹੀ ਨਹੀਂ ਬਣਨਾ। ਦੇਅਰਫੋਰ ਲੈਂਡ ਲੈਵਲਿੰਗ ਇਜ਼ ਏ ਪ੍ਰੀਕਰਸਰ ਟੂ ਗੁੱਡ ਐਗਰੋਨੋਮਿਕ ਸੋਇਲ ਐਂਡ ਕ੍ਰੌਪ ਮੈਨੇਜਮੈਂਟ ਪ੍ਰੈਕਟਿਸ। ਇਸ ਕਰਕੇ ਉਹ ਕੀ ਕਹਿੰਦੇ ਨੇ, ਲੈਂਡ ਲੈਵਲਿੰਗ ਜਿਹੜੀ ਹੈ ਇਹ ਜ਼ਰੂਰੀ ਹੈ, ਮਤਲਬ ਜਿੱਥੇ ਲੈਂਡ 'ਤੇ ਆਪਾਂ ਫਸਲ ਉਗਾਉਣੀ ਹੈ ਉਹਨੂੰ ਲੈਵਲ ਕਰਨਾ ਜ਼ਰੂਰੀ ਹੈ। ਇਹਦੇ ਨਾਲ ਜਿਹੜੀ ਫਸਲ ਹੋਏਗੀ ਉਹ ਵਧੀਆ ਹੋਏਗੀ, ਠੀਕ ਹੈ। ਸੋਇਲ ਐਂਡ ਕ੍ਰੌਪ ਮੈਨੇਜਮੈਂਟ ਪ੍ਰੈਕਟਿਸ, ਸਾਨੂੰ ਪਹਿਲੇ ਫਸਲ ਉਗਾਉਣ ਤੋਂ ਪਹਿਲਾਂ ਸੋਇਲ ਐਂਡ ਕ੍ਰੌਪ ਮੈਨੇਜਮੈਂਟ ਪ੍ਰੈਕਟਿਸ ਜਿਹੜੀ ਹੈ ਉਹ ਕਰਨੀ ਪਏਗੀ, ਮਤਲਬ ਵਹੀ ਆਪਣਾ ਜਿਹੜਾ ਲੈਂਡ ਹੈ ਉਹਨੂੰ ਲੈਵਲ ਕਰਨਾ ਜ਼ਰੂਰੀ ਹੈ। ਟਰਡੀਸ਼ਨਲੀ ਫਾਰਮਰਸ ਲੈਵਲ ਦੇਅਰ ਫੀਲਡ ਯੂਜ਼ਿੰਗ ਐਨੀਮਲ ਡਰੋਨ ਔਰ ਟਰੈਕਟਰ ਡਰੋਨ ਲੈਵਲਰਸ। ਕਹਿੰਦੇ ਪਹਿਲੇ ਟਾਈਮ ਦੇ ਵਿੱਚ ਕੀ ਹੁੰਦਾ ਸੀਗਾ, ਈਵਨ ਹੁਣ ਵੀ ਹੁੰਦਾ ਵੀ ਕਈ ਕਿਸਾਨ ਕੀ ਕਰਦੇ ਨੇ, ਜਾਂ ਤਾਂ ਟਰੈਕਟਰ ਦੇ ਨਾਲ ਲੈਵਲਰ ਅਟੈਚ ਕਰ ਦਿੰਦੇ ਨੇ ਅਤੇ ਜਾਂ ਫਿਰ ਕਿਸੇ ਪਸ਼ੂ ਦੇ ਨਾਲ, ਐਨੀਮਲ ਦੇ ਨਾਲ ਕੋਈ ਮਕੈਨਿਜ਼ਮ ਅਟੈਚ ਕਰਕੇ ਆਪਣੇ ਖੇਤ ਨੂੰ ਲੈਵਲ ਕਰਨ ਦੀ ਟਰਾਈ ਕਰਦੇ ਨੇ। These levelers are implements consisting of a blade acting as small bucket for shifting the soil from higher to the low lying positions। ਇਹ ਜਿਹੜੇ ਲੈਵਲਰਸ ਉਹ ਯੂਜ਼ ਕਰਦੇ ਨੇ, ਉਹਨਾਂ 'ਚ ਕੀ ਆਉਂਦਾ, ਇੱਕ ਬਲੇਡ ਆਉਂਦਾ, ਉਹ ਬਲੇਡ ਕੀ ਕਰਦਾ, ਇੱਕ ਤਰ੍ਹਾਂ ਬਕਟ ਦਾ ਕੰਮ ਕਰਦਾ। ਉਹ ਬਕਟ ਕੀ ਕਰਦੀ ਹੈ, ਮਿੱਟੀ ਨੂੰ ਹਾਈ ਲੈਵਲ ਤੋਂ ਲੋ ਲੈਵਲ 'ਤੇ ਸ਼ਿਫਟ ਕਰ ਦਿੰਦੀ ਹੈ। ਮੰਨ ਲਓ ਕਿਤੇ ਮਿੱਟੀ ਇਕੱਠੀ ਜ਼ਿਆਦਾ ਹੋ ਗਈ, ਮੰਨ ਲਓ ਮਿੱਟੀ ਦਾ ਢੇਰ ਲੱਗ ਗਿਆ ਕਿਤੇ, ਅਤੇ ਅੱਗੇ ਸਾਈਡ 'ਤੇ ਇੱਕ ਖੱਡਾ ਹੈ, ਉਹ ਬਲੇਡ ਨੇ ਕੀ ਕਰਨਾ ਹੈ, ਜਿੱਥੇ ਮਿੱਟੀ ਦਾ ਢੇਰ ਲੱਗਾ ਉੱਥੋਂ ਮਿੱਟੀ ਨੂੰ ਉਤਾਰ ਕੇ ਖੱਡੇ ਦੇ ਵਿੱਚ ਸੱਟ ਦੇਣੀ ਹੈ, ਅਤੇ ਜਦੋਂ ਖੱਡੇ 'ਚ ਸੱਟ ਦੇਣੀ ਹੈ, ਖੱਡੇ ਨੇ ਅਤੇ ਮਿੱਟੀ ਦੇ ਢੇਰ ਨੇ ਇੱਕ ਲੈਵਲ ਹੋ ਜਾਣਾ। ਉਹ ਜਦੋਂ ਇੱਕ ਲੈਵਲ ਹੋ ਜਾਏਗਾ ਉਦੋਂ ਅਸੀਂ ਕਿਹਦੀ ਹੈਲਪ ਦੇ ਨਾਲ ਲੈਵਲ ਹੋਇਆ, ਲੈਵਲਰ ਦੀ ਹੈਲਪ ਦੇ ਨਾਲ ਲੈਵਲ ਹੋਇਆ। ਮਤਲਬ ਅਸੀਂ ਇੱਕ
ਬਲੇਡ ਯੂਜ਼ ਕਰ ਲਿਆ, ਇੱਕ ਫਲੈਟ ਚੀਜ਼ ਯੂਜ਼ ਕਰ ਲਈ, ਉਹਦੇ ਨਾਲ ਆਪਾਂ ਮਿੱਟੀ ਨੂੰ ਕੀ ਕੀਤਾ, ਜਿੱਥੇ ਮਿੱਟੀ ਜ਼ਿਆਦਾ ਸੀਗੀ ਉੱਥੋਂ ਮਿੱਟੀ ਆਪਾਂ ਲੋਅਰ ਪੋਰਸ਼ਨ 'ਚ ਪਾ ਦਿੱਤੀ। ਠੀਕ ਹੈ, ਐਦਾਂ ਕੁਛ ਫਾਰਮਰ ਜਿਹੜੇ ਨੇ ਉਹ ਪਹਿਲੇ ਲੈਵਲਿੰਗ ਕਰਦੇ ਸੀਗੇ। ਦੇਖੋ ਵੀ ਇੱਕ ਪਸ਼ੂ ਲਏ, ਪਸ਼ੂ ਦੇ ਪਿੱਛੇ ਇੱਦਾਂ ਹੀ ਬਲੇਡ ਜਿਹਾ ਅਟੈਚ ਕਰਕੇ, ਵੁਡਨ ਦਾ ਇੱਕ ਪੀਸ ਅਟੈਚ ਕਰਕੇ ਫੱਟਾ ਜਿਹਾ ਉਹਦੇ ਨਾਲ ਲੈਵਲ ਕਰਤਾ। ਅਤੇ ਜੇ ਆਪਾਂ ਟਰੈਕਟਰ ਨਾਲ ਗੱਲ ਕਰਦੇ ਹਾਂ, ਟਰੈਕਟਰ ਨਾਲ ਅਸੀਂ ਇੱਦਾਂ ਕਰਦੇ ਹਾਂ। ਇਹ ਤਾਂ ਚਲੋ ਅੱਜ ਵੀ ਕਰਦੇ ਹੀ ਪਏ ਹਾਂ ਆਪਾਂ। ਠੀਕ ਹੈ, ਇਟ ਇਜ਼ ਸੀਨ ਦੈਟ ਈਵਨ ਦੀ ਬੈਸਟ ਲੈਵਲ ਫੀਲਡ ਯੂਜ਼ਿੰਗ ਟਰਡੀਸ਼ਨਲ ਲੈਂਡ ਲੈਵਲਿੰਗ ਪ੍ਰੈਕਟਿਸ ਆਰ ਨੋਟ precisely leveled and this leads to uneven distribution of irrigation water। ਕਹਿੰਦੇ ਦੇਖਿਆ ਗਿਆ ਹੈ ਵੀ ਜੇ ਆਪਾਂ ਟਰਡੀਸ਼ਨਲ ਤਰੀਕੇ ਦੇ ਨਾਲ, ਪੁਰਾਣੇ ਤਰੀਕੇ ਦੇ ਨਾਲ ਲੈਵਲਿੰਗ ਕਰਦੇ ਆ ਨਾ, ਅਤੇ ਉਹਦੇ ਨਾਲ ਵੀ ਖੇਤ ਜਿਹੜਾ ਨਾ ਉਹ ਪੂਰੀ ਤਰ੍ਹਾਂ ਲੈਵਲ ਹੋ ਨਹੀਂ ਪਾਉਂਦਾ। ਜੇ ਉਹ ਪੂਰੀ ਤਰ੍ਹਾਂ ਲੈਵਲ ਨਹੀਂ ਹੋ ਪਾਏਗਾ ਤਾਂ ਉਹਦੇ ਨਾਲ ਕੀ ਹੋਏਗਾ, ਜਿਹੜਾ ਪਾਣੀ ਹੈ, ਜਿਹੜਾ ਆਪਾਂ ਇਰੀਗੇਸ਼ਨ ਵਾਟਰ ਯੂਜ਼ ਕਰਨਾ ਹੈ, ਉਹ ਪੂਰੀ ਤਰ੍ਹਾਂ ਡਿਸਟਰੀਬਿਊਟ ਨਹੀਂ ਹੋਏਗਾ। ਮਤਲਬ ਕਿਤੇ ਪਾਣੀ ਜ਼ਿਆਦਾ ਚਲਾ ਜਾਏਗਾ, ਕਿਤੇ ਪਾਣੀ ਘੱਟ ਚਲਾ ਜਾਏਗਾ। ਆਪਾਂ ਜਦੋਂ ਘਰ ਵੀ ਬਣਾਉਂਦੇ ਹਾਂ ਨਾ, ਰੂਮ ਵੀ ਬਣਾਉਂਦੇ ਹਾਂ ਇੱਕ, ਜਾਂ ਇੱਕ ਕਿਤੇ ਫਰਸ਼ ਪਾਉਂਦੇ ਹਾਂ ਜਾਂ ਪੱਥਰ ਲਵਾਉਂਦੇ ਹਾਂ ਜਾਂ ਟਾਈਲਾਂ ਲਵਾਉਂਦੇ ਹਾਂ, ਅਤੇ ਅਸੀਂ ਮਿਸਤਰੀ ਨੂੰ ਆਪਣੇ ਵੱਲੋਂ ਇਹੀ ਕਹਿੰਦੇ ਹਾਂ ਵੀ ਤੂੰ ਲੈਵਲ ਚੰਗੀ ਤਰ੍ਹਾਂ ਦੇਖ ਲਈ, ਵੀ ਜੇ ਆਪਾਂ ਪਾਣੀ ਰੋੜੀਏ ਤਾਂ ਪਾਣੀ ਬਾਹਰ ਵੱਲ ਜਾਵੇ, ਇਹ ਨਹੀਂ ਵੀ ਪਾਣੀ ਅੰਦਰ ਇਕੱਠਾ ਹੁੰਦਾ ਰਹੇ। ਇਸ ਕਰਕੇ ਆਪਾਂ ਨੂੰ ਲੈਵਲ ਦਾ ਜਿਹੜਾ ਖਿਆਲ ਹੈ ਉਹ ਘਰ ਬਣਾਉਣ ਦੇ ਟਾਈਮ ਵੀ ਰੱਖਣਾ ਪੈਂਦਾ। ਉਸੇ ਤਰ੍ਹਾਂ ਜਦੋਂ ਆਪਾਂ ਖੇਤ 'ਚ ਫਸਲ ਤਿਆਰ ਕਰਨੀ ਹੈ, ਉਹਦੇ ਤੋਂ ਪਹਿਲਾਂ ਜਦੋਂ ਆਪਾਂ ਖੇਤ ਤਿਆਰ ਕਰਨਾ ਹੈ, ਉਹਦੇ 'ਚ ਵੀ ਸਾਨੂੰ ਲੈਵਲ ਦਾ ਧਿਆਨ ਰੱਖਣਾ ਪੈਣਾ ਹੈ। ਦੀ ਕਾਮਨ ਪ੍ਰੈਕਟਿਸ ਆਫ ਇਰੀਗੇਸ਼ਨ ਇਨ ਇੰਟੈਂਸਿਵਲੀ ਕਲਟੀਵੇਟਿਡ ਇਰੀਗੇਟਿਡ ਏਰੀਆਜ਼ ਆਰ ਫਲੂਇਡ ਬੇਸਿਨ ਐਂਡ ਚੈੱਕ ਬੇਸਿਨ ਇਰੀਗੇਸ਼ਨ ਸਿਸਟਮ। ਦੋ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ, ਆਪਾਂ ਜਿੰਨੀ ਵੀ ਆਪਾਂ ਇਰੀਗੇਸ਼ਨ ਕਰਦੇ ਹਾਂ, ਜਿੰਨੀ ਵੀ ਆਪਾਂ ਖੇਤੀਬਾੜੀ ਕਰਦੇ ਹਾਂ, ਉਹਦੇ ਵਿੱਚ ਜਿਹੜਾ ਮੇਨਲੀ ਤਰੀਕਾ ਜਿਹੜਾ ਆਪਾਂ ਅਪਣਾਉਂਦੇ ਹਾਂ ਪਾਣੀ ਵਾਸਤੇ, ਉਹ ਮੰਗਾਉਂਦੇ ਹਾਂ ਆਪਾਂ ਫਲੂਇਡ ਬੇਸਿਨ ਜਾਂ ਫਿਰ ਚੈੱਕ ਬੇਸਿਨ। ਇਹ ਇਰੀਗੇਸ਼ਨ ਸਿਸਟਮਸ ਨੇ। ਇਹਨੂੰ ਜੇ ਆਪਾਂ ਸਟੱਡੀ ਕਰਨ ਲੱਗ ਪਏ ਤਾਂ ਸਾਨੂੰ ਜ਼ਿਆਦਾ ਡੀਪ 'ਚ ਜਾਣਾ ਪਏਗਾ। ਐਗਰੀਕਲਚਰ ਦਾ ਪਾਰਟ ਹੈ, ਇਸ ਕਰਕੇ ਆਪਾਂ ਇਹਦੇ 'ਚ ਜ਼ਿਆਦਾ ਸਟੱਡੀ ਨਹੀਂ ਕਰਾਂਗੇ। ਵੀ ਤੁਹਾਨੂੰ ਇੱਕ ਇਹਦੇ 'ਚ ਕੀ ਦੱਸਿਆ ਗਿਆ ਹੈ ਵੀ ਆਪਾਂ ਖੇਤੀਬਾੜੀ ਕਰਨ ਦੇ ਲਈ ਨਾ ਜਿਹੜਾ ਪਾਣੀ ਲੈਂਦੇ ਹਾਂ, ਉਹ ਪਾਣੀ ਆਪਾਂ ਕਿੱਥੋਂ ਲੈਂਦੇ ਹਾਂ, ਜਾਂ ਤਾਂ ਆਪਾਂ ਟਿਊਬਵੈੱਲ ਵਗੈਰਾ ਤੋਂ ਲੈ ਲਾਂਗੇ, ਠੀਕ ਹੈ ਜੀ, ਜਾਂ ਫਿਰ ਆਪਾਂ ਮੀਂਹ ਦਾ ਪਾਣੀ ਇਕੱਠਾ ਕਰਕੇ ਉਹਦਾ ਇੱਕ ਬੇਸਿਨ ਤਿਆਰ ਕਰਕੇ, ਉਹਦੀ ਇੱਕ ਸਪੇਸ ਤਿਆਰ ਕਰਕੇ ਉਹਦੇ ਤੋਂ ਜਿਹੜੀ ਖੇਤੀਬਾੜੀ ਹੈ ਉਹ ਕਰਦੇ ਹਾਂ। ਦੋ ਜਿਹੜੇ ਮੇਨ ਤਰੀਕੇ ਨੇ ਖੇਤੀਬਾੜੀ ਕਰਨ ਦੇ, ਉਹਦੇ 'ਚ ਇੱਕ ਆ ਗਿਆ ਫਲੂਇਡ ਬੇਸਿਨ ਅਤੇ ਚੈੱਕ ਬੇਸਿਨ ਇਰੀਗੇਸ਼ਨ ਸਿਸਟਮ। ਆਪਾਂ ਦੋ ਤਰੀਕਿਆਂ ਨਾਲ ਖੇਤੀਬਾੜੀ ਕਰਦੇ ਹਾਂ। These practices on traditionally leveled or unleveled land led to waterlogging conditions in low-lying areas and soil water deflect at higher spots। ਕੀ ਕਹਿੰਦੇ ਹੋ ਵੀ ਕਹਿੰਦੇ ਜੇਕਰ ਅਸੀਂ ਆਪਣੇ ਜਿਹੜੇ ਦੋ ਤਰੀਕੇ ਦੱਸੇ ਨੇ ਖੇਤੀਬਾੜੀ ਕਰਨ ਦੇ, ਉਹਦੇ ਨਾਲ ਆਪਾਂ ਟਰਡੀਸ਼ਨਲੀ ਲੈਵਲਡ ਜਾਂ ਅਨਲੈਵਲਡ ਜਿਹੜੇ ਆਪਾਂ ਤਰੀਕੇ ਨੇ ਲੈਵਲਿੰਗ ਦੇ, ਜਾਂ ਤਾਂ ਆਪਾਂ ਪਸ਼ੂਆਂ ਨਾਲ ਕਰਾਂਗੇ ਜਾਂ ਟਰੈਕਟਰ ਨਾਲ ਕਰਾਂਗੇ, ਜਾਂ ਤਾਂ ਜੇ ਆਪਾਂ ਉਹਦੇ ਨਾਲ ਕਰੀਏ, ਠੀਕ ਹੈ, ਉਹਦੇ ਨਾਲ ਜਿਹੜਾ ਖੇਤ ਤਿਆਰ ਕਰਦੇ ਹਾਂ ਲੈਵਲ ਕਰਕੇ, ਜਾਂ ਆਪਾਂ ਅਨਲੈਵਲ ਲੈਵਲ ਦੀ ਗੱਲ ਕਰਦੇ ਹਾਂ, ਇੱਦਾਂ ਦਾ ਖੇਤ ਜਿਹਦੇ 'ਚ ਆਪਾਂ ਲੈਵਲ ਜਿਹਨੂੰ ਕੀਤਾ ਹੀ ਨਹੀਂ, ਉਹਦੇ 'ਚ ਕੀ ਹੁੰਦਾ ਹੈ, ਲਿਡ ਟੂ ਵਾਟਰ ਲੋਗਿੰਗ। ਉਹਦੇ 'ਚ ਕੀ ਲਿਡ ਆਉਂਦਾ, ਮਤਲਬ ਕਿੱਥੇ ਨਤੀਜਾ ਨਿਕਲਦਾ, ਉਹਦਾ ਨਤੀਜਾ ਕੀ ਨਿਕਲਦਾ ਹੈ, ਉਹ ਕਹਿੰਦੇ ਜੇ ਆਪਾਂ ਕੋਈ ਇੱਦਾਂ ਦਾ ਖੇਤ ਹੈ ਜਿੱਥੇ ਲੈਵਲਿੰਗ ਕੀਤੀ ਨਹੀਂ, ਠੀਕ ਹੈ, ਜਾਂ ਅਸੀਂ ਲੈਵਲਿੰਗ ਕੀਤੀ ਹੈ ਪੁਰਾਣੇ ਤਰੀਕਿਆਂ ਦੇ ਨਾਲ, ਟਰਡੀਸ਼ਨਲ ਤਰੀਕਿਆਂ ਦੇ ਨਾਲ, ਉਹਦੇ 'ਚ ਆਪਾਂ ਜਦੋਂ ਖੇਤੀਬਾੜੀ ਕਰਾਂਗੇ ਨਾ, ਅਤੇ ਉਹਦੇ 'ਚ ਕੀ ਪ੍ਰੋਬਲਮ ਆਉਣੀ ਹੈ, ਵਾਟਰ ਲੋਗਿੰਗ। ਵਾਟਰ ਲੋਗਿੰਗ ਮਤਲਬ ਪਾਣੀ ਦਾ ਇਕੱਠਾ ਹੋਣਾ। ਕੰਡੀਸ਼ਨਸ ਇਨ ਲੋ ਲਾਇੰਗ ਏਰੀਆਜ਼, ਜਿਹੜੇ ਨੀਵੇਂ ਏਰੀਏ ਨੇ, ਖੇਤ ਹੈ, ਉਹਨੂੰ ਆਪਾਂ ਲੈਵਲ 'ਤੇ ਕੀਤਾ ਹੀ ਨਹੀਂ, ਕੋਈ ਏਰੀਆ ਉੱਪਰ ਹੈ, ਕੋਈ ਏਰੀਆ ਨੀਚੇ ਵੇ, ਕੋਈ ਉੱਪਰ ਹੈ, ਕੋਈ ਨੀਚੇ ਵੇ। ਜਿਹੜੇ ਨੀਚੇ ਵਾਲੇ ਏਰੀਆ ਨੇ ਉਹਨਾਂ ਦੇ ਵਿੱਚ ਪਾਣੀ ਇਕੱਠਾ ਹੋ ਜਾਣਾ, ਅਤੇ ਜਿਹੜੇ ਉੱਪਰ ਵਾਲੇ ਏਰੀਏ ਨੇ ਉੱਥੇ ਜਿਹੜਾ ਪਾਣੀ ਹੈ ਉਹ ਪਹੁੰਚਣਾ ਹੀ ਨਹੀਂ, ਠੀਕ ਹੈ ਜੀ, ਵਾਟਰ ਜਿਹੜਾ ਉੱਪਰ ਪਹੁੰਚ ਨਹੀਂ ਸਕਦਾ, ਉੱਥੇ ਡੈਫੀਸ਼ੀਐਂਸੀ ਆਈ ਨਹੀਂ ਇੱਕ ਤਰ੍ਹਾਂ ਦੀ ਪਾਣੀ ਦੀ, ਠੀਕ ਹੈ। ਸੋ ਦੋ ਪ੍ਰੋਬਲਮਸ ਆਈਆਂ, ਜਾਂ ਤਾਂ ਪਾਣੀ ਦੀ ਡੈਫੀਸ਼ੀਐਂਸੀ ਆਉਣੀ ਸਟਾਰਟ ਹੋ ਜਾਣੀ ਹੈ, ਜਾਂ ਪਾਣੀ ਜਿਹੜਾ ਇਕੱਠਾ ਹੋਣਾ ਸਟਾਰਟ ਹੋ ਜਾਣਾ ਹੈ। ਦੀ ਐਡਵਾਂਸ ਮੈਥਡ ਟੂ ਲੈਵਲ ਔਰ ਗ੍ਰੇਡ ਦੀ ਫੀਲਡ ਇਜ਼ ਟੂ ਯੂਜ਼ ਲੇਜ਼ਰ ਗਾਈਡਡ ਲੈਵਲਿੰਗ ਇਕਵਿਪਮੈਂਟ। ਕਹਿੰਦੇ ਜੇ ਅਸੀਂ ਆਪਣੇ ਖੇਤ ਨੂੰ ਵਧੀਆ ਤਰੀਕੇ ਨਾਲ ਲੈਵਲ ਕਰਨਾ ਚਾਹੁੰਦੇ ਹਾਂ, ਅਤੇ ਅੱਜ ਕੱਲ੍ਹ ਕੀ ਹੈ, ਲੇਜ਼ਰ ਗਾਈਡਡ ਲੈਵਲਰ ਵੀ ਆ ਗਏ ਨੇ। ਮਤਲਬ ਵਿਦ ਦੀ ਹੈਲਪ ਆਫ ਲੇਜ਼ਰ ਆਪਾਂ ਆਪਣੇ ਲੈਵਲਰ ਜਿਹੜੇ ਨੇ ਉਹਨਾਂ ਨੂੰ ਆਪਰੇਟ ਕਰਾ ਸਕਦੇ ਹਾਂ। ਲੇਜ਼ਰ ਲੈਂਡ ਲੈਵਲਿੰਗ ਇਜ਼ ਲੈਵਲਿੰਗ ਦੀ ਫੀਲਡ ਵਿਦ ਸਰਟਨ ਡਿਗਰੀ ਆਫ desired slope using a guided laser beam throughout the field।
ਕਹਿੰਦੇ ਜਿਹੜੇ ਐਡਵਾਂਸ ਮੈਥਡ ਨੇ ਉਹਨਾਂ ਦੇ ਵਿੱਚ ਲੇਜ਼ਰ ਗਾਈਡਡ ਲੈਵਲਿੰਗ ਵੀ ਆ ਗਈ ਹੈ। ਲੇਜ਼ਰ ਲੈਂਡ ਲੈਵਲਿੰਗ ਇਜ਼ ਦੀ ਲੈਵਲਿੰਗ ਦੀ ਫੀਲਡ ਵਿਦਿਨ ਸਰਟਨ ਡਿਗਰੀ ਆਫ ਡਿਜ਼ਾਇਰਡ ਸਲੋਪ, ਮਤਲਬ ਅਸੀਂ ਜਿੰਨੇ ਮਰਜ਼ੀ ਡਿਗਰੀ ਦੀ ਜਿਹੜੀ ਸਲੋਪ ਹੈ ਉਹ ਅਸੀਂ ਲੇਜ਼ਰ ਲੈਵਲਿੰਗ ਦੇ ਨਾਲ ਦੇ ਸਕਦੇ ਹਾਂ। ਜੇ ਅਸੀਂ ਚਾਹੁੰਦੇ ਹਾਂ ਵੀ ਆਪਾਂ 1 2 3 4 ਜਾਂ 5 6 ਡਿਗਰੀ ਦੀ ਸਲੋਪ ਦੇਣੀ ਹੈ ਖੇਤ ਨੂੰ, ਤੇ ਅਸੀਂ ਸਲੋਪ ਵੀ ਆਪਣੇ ਅਕੋਰਡਿੰਗ ਜਿਹੜੀ ਹੈ ਉਹ ਦੇ ਸਕਦੇ ਹਾਂ। ਸਲੋਪ ਦੇਣੀ ਕਿਉਂ ਜ਼ਰੂਰੀ ਹੈ? ਕਿਉਂਕਿ ਪਾਣੀ ਜਿਹੜਾ ਫਲੋ ਕਰਦਾ ਉਹ ਸਲੋਪ ਦੇ ਕਾਰਨ ਹੀ ਫਲੋ ਕਰਦਾ, ਅਦਰਵਾਈਜ਼ ਪਾਣੀ ਫਲੋ ਹੀ ਨਹੀਂ ਕਰ ਸਕਦਾ। ਠੀਕ ਹੈ, ਸੋ ਲੇਜ਼ਰ ਆਪਾਂ ਹੁਣ ਲੇਜ਼ਰ ਲੈਵਲਿੰਗ ਦੀ ਗੱਲ ਕਰਦੇ ਹਾਂ ਕਿਉਂਕਿ ਉਹ ਇੱਕ ਵਧੀਆ ਤਰੀਕਾ ਮੰਨਿਆ ਗਿਆ ਲੈਵਲਿੰਗ ਕਰਨ ਦਾ ਕਿਸੇ ਵੀ ਖੇਤ ਦੇ ਵਿੱਚ। ਕੰਪੋਨੈਂਟਸ ਆਫ ਲੇਜ਼ਰ ਲੈਵਲਿੰਗ ਸਿਸਟਮ, ਜੇ ਆਪਾਂ ਲੇਜ਼ਰ ਲੈਵਲਿੰਗ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਹੜੇ ਕੰਪੋਨੈਂਟਸ ਨੇ ਉਹ ਕਿਹੜੇ ਕਿਹੜੇ ਨੇ? ਅਲੱਗ-ਅਲੱਗ ਤਰ੍ਹਾਂ ਦੇ ਕੰਪੋਨੈਂਟਸ ਨੇ, 5 ਮੇਜਰ ਕੰਪੋਨੈਂਟਸ ਨੇ ਜਿਹੜੇ ਆਪਾਂ ਲੇਜ਼ਰ ਲੈਵਲਿੰਗ 'ਚ ਯੂਜ਼ ਕਰਦੇ ਹਾਂ। ਸਭ ਤੋਂ ਪਹਿਲੇ ਆਉਂਦਾ ਜੀ ਡਰੈਗ ਸਕ੍ਰੈਪਰ ਜਾਂ ਫਿਰ ਬਕਟ। ਜਿੰਨੇ ਮਿੱਟੀ ਨੂੰ ਖਿੱਚਣਾ ਉਹਨੂੰ ਅਸੀਂ ਡਰੈਗ ਸਕ੍ਰੈਪਰ ਕਹਿ ਦਿੱਤਾ ਜਾਂ ਫਿਰ ਬਕਟ ਕਹਿ ਦਿੱਤਾ। ਦੀ ਡਰੈਗ ਬਕਟ ਕੈਨ ਬੀ ਈਦਰ 3 ਪੁਆਇੰਟ ਲਿੰਕੇਜ ਮਾਊਂਟਿਡ ਔਨ ਔਰ ਪੁਲਡ ਬਾਏ ਏ ਟਰੈਕਟਰ। ਕਹਿੰਦੇ ਜਿਹੜੀ ਡਰੈਗ ਬਕਟ ਹੈ ਉਹ 3 ਪੁਆਇੰਟ ਲਿੰਕੇਜ ਹੋਏਗੀ, ਉਹਨੂੰ ਅਸੀਂ ਮਾਊਂਟ ਕਰਾਂਗੇ 3 ਪੁਆਇੰਟ ਲਿੰਕੇਜ ਦੇ ਨਾਲ, ਜਾਂ ਫਿਰ ਪੁੱਲ ਕੀਤਾ ਜਾਏਗਾ ਇੱਕ ਟਰੈਕਟਰ ਵੱਲੋਂ। ਦਿਸ ਸਿਸਟਮ ਇਜ਼ ਪ੍ਰੈਫਰਡ ਐਜ਼ ਇਟ ਇਜ਼ ਈਜ਼ੀਅਰ ਟੂ ਕਨੈਕਟ ਦੀ ਟਰੈਕਟਰਸ ਹਾਈਡ੍ਰੋਲਿਕ ਸਿਸਟਮ ਟੂ ਐਨ ਐਕਸਟਰਨਲ ਹਾਈਡ੍ਰੋਲਿਕ ਬਾਏ ਦੀ 3 ਪੁਆਇੰਟ ਲਿੰਕੇਜ। ਕਹਿੰਦੇ 3 ਪੁਆਇੰਟ ਲਿੰਕੇਜ ਸਿਸਟਮ ਅਸੀਂ ਕਿਉਂ ਯੂਜ਼ ਕਰਦੇ ਹਾਂ? ਕਿਉਂਕਿ ਟਰੈਕਟਰ ਦਾ ਜਿਹੜਾ ਹਾਈਡ੍ਰੋਲਿਕ ਸਿਸਟਮ ਹੈ ਉਹਦੇ ਨਾਲ ਅਸੀਂ ਇਹਨੂੰ ਈਜ਼ੀਲੀ ਅਟੈਚ ਕਰ ਸਕਦੇ ਹਾਂ, ਇਸ ਕਰਕੇ ਅਸੀਂ 3 ਪੁਆਇੰਟ ਲਿੰਕੇਜ ਸਿਸਟਮ ਜਿਹੜਾ ਉਹ ਯੂਜ਼ ਕਰਦੇ ਪਏ ਹਾਂ। ਮਤਲਬ 3 ਪੁਆਇੰਟਸ 'ਤੇ ਆਪਾਂ ਬਕਟ ਨੂੰ ਅਟੈਚ ਕਰ ਦੇਵਾਂਗੇ ਟਰੈਕਟਰ ਦੇ ਨਾਲ, ਟਰੈਕਟਰ ਦਾ ਜਿਹੜਾ ਹਾਈਡ੍ਰੋਲਿਕ ਸਿਸਟਮ ਹੈ ਉਹਨੂੰ ਬਕਟ ਦੇ ਨਾਲ ਅਟੈਚ ਕਰ ਦੇਵਾਂਗੇ, ਅਤੇ ਫਿਰ ਆਪਾਂ ਆਪਣੀ ਬਕਟ ਜਿਹੜੀ ਹੈ ਉਹ ਰੈਡੀ ਟੂ ਯੂਜ਼ ਹੋਏਗੀ, ਉਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਨੰਬਰ 2 ਲੇਜ਼ਰ ਟਰਾਂਸਮੀਟਰ। ਲੇਜ਼ਰ ਤੁਹਾਨੂੰ ਪਤਾ ਹੀ ਹੈ ਕੀ ਹੈ। ਲੇਜ਼ਰ ਇੱਕ ਲਾਈਟ ਹੈ ਜਿਹਨੂੰ ਅਸੀਂ ਐਂਪਲੀਫਾਈਡ ਕੀਤਾ ਗਿਆ। ਲੇਜ਼ਰ ਦੀ ਫੁੱਲ ਫਾਰਮ ਹੈ ਲਾਈਟ ਐਂਪਲੀਫਿਕੇਸ਼ਨ ਸਟਿਮੂਲੇਸ਼ਨ ਐਮਿਸ਼ਨ ਰੇਡੀਏਸ਼ਨਸ, ਇੱਦਾਂ ਹੀ ਕੋਈ ਫੁੱਲ ਫਾਰਮ ਹੈ ਲੇਜ਼ਰ ਦੀ। ਉਸ ਲੇਜ਼ਰ ਨੂੰ ਅਸੀਂ ਟਰਾਂਸਮਿਟ ਕਰਨਾ ਹੈ, ਛੱਡਣਾ ਹੈ। ਠੀਕ ਹੈ, ਲੇਜ਼ਰ ਟਰਾਂਸਮੀਟਰ ਜਿਹੜਾ ਉਹ ਯੂਜ਼ ਕਰਾਂਗੇ। ਦੀ ਲੇਜ਼ਰ ਟਰਾਂਸਮੀਟਰ ਮਾਊਂਟਸ ਔਨ ਏ ਟਰਾਈਪੋਡ। ਇੱਕ ਟਰਾਈਪੋਡ ਲੈ ਕੇ ਉਹਦੇ ਉੱਪਰ ਆਪਾਂ ਲੇਜ਼ਰ ਜਿਹੜਾ ਟਰਾਂਸਮੀਟਰ ਹੈ ਉਹਨੂੰ ਮਾਊਂਟ ਕਰ ਦਾਂਗੇ, ਵਿਚ ਅਲੋਜ਼ ਦੀ ਲੇਜ਼ਰ ਬੀਮ ਟੂ ਸਵੀਪ ਅਬਵ ਦੀ ਫੀਲਡ। ਉਹਦੇ ਨਾਲ ਕੀ ਹੋਏਗਾ, ਜਿਹੜੀ ਲੇਜ਼ਰ ਦੀ ਬੀਮ ਹੈ ਉਹ ਖੇਤਾਂ ਦੇ ਵਿੱਚ ਫੀਲਡ ਦੇ ਵਿੱਚ ਆਪਣੀ ਜਿਹੜੀ ਹੈ ਟਰਾਂਸਮਿਟ ਹੋਣੀ ਸਟਾਰਟ ਹੋ ਜਾਏਗੀ। ਲੇਜ਼ਰ ਮਤਲਬ ਜਿੱਥੋਂ ਲੇਜ਼ਰ ਲਾਈਟ ਨਿਕਲਣੀ ਨਾ, ਜਿੱਥੋਂ ਲੇਜ਼ਰ ਦਾ ਓਰੀਜਨ ਹੋਣਾ ਉਹਨੂੰ ਅਸੀਂ ਕਹਿੰਦੇ ਹਾਂ ਲੇਜ਼ਰ ਟਰਾਂਸਮੀਟਰ। ਇੱਕ ਆਉਂਦਾ ਫਿਰ ਤੀਜੇ ਨੰਬਰ 'ਤੇ ਆਉਂਦਾ ਲੇਜ਼ਰ ਰਿਸੀਵਰ। ਲੇਜ਼ਰ ਰਿਸੀਵਰ ਕੀ ਹੈ? ਜਿੰਨੇ ਕਿਸੇ ਚੀਜ਼ ਨੂੰ ਰਿਸੀਵ ਕਰਨਾ। ਹੁਣ ਜੇ ਲੇਜ਼ਰ ਕਿਤੋਂ ਨਿਕਲੀ, ਲਾਈਟ ਕਿਤੋਂ ਨਿਕਲੀ, ਉਹ ਲਾਈਟ ਨੂੰ ਰਿਸੀਵ ਕਰਨ ਵਾਸਤੇ ਵੀ ਕੋਈ ਚੀਜ਼ ਚਾਹੀਦੀ ਹੈ। ਜਿਹੜੀ ਚੀਜ਼ ਲਾਈਟ ਨੂੰ ਰਿਸੀਵ ਕਰੇਗੀ ਉਹਨੂੰ ਉਹਨਾਂ ਨੇ ਕਹਿ ਦਿੱਤਾ ਲੇਜ਼ਰ ਰਿਸੀਵਰ। ਦੀ ਲੇਜ਼ਰ ਰਿਸੀਵਰ ਇਜ਼ ਏ ਮਲਟੀ ਡਾਇਰੈਕਸ਼ਨਲ ਰਿਸੀਵਰ that detect the position of the laser reference plane and transmit it to the signal to the control box। ਜਿਹੜਾ ਲੇਜ਼ਰ ਰਿਸੀਵਰ ਹੈ ਉਹਨੇ ਕੀ ਕਰਨਾ ਹੈ ਵੀ ਜਿਹੜੀ ਲੇਜ਼ਰ ਟਰਾਂਸਮਿਟ ਹੋਈ ਉਸ ਲੇਜ਼ਰ ਨੂੰ ਕੈਚ ਕੀਤਾ, ਉਸ ਲੇਜ਼ਰ ਨੂੰ ਕੈਚ ਕਰਕੇ ਇੱਕ ਕੰਟਰੋਲ ਬਾਕਸ ਯੂਜ਼ ਕਰਦੇ ਹਾਂ, ਉਸ ਕੰਟਰੋਲ ਬਾਕਸ ਨੂੰ ਭੇਜਿਆ ਅਤੇ ਕੰਟਰੋਲ ਬਾਕਸ ਨੇ ਅੱਗੋਂ ਕੈਲਕੂਲੇਸ਼ਨ ਕਰਕੇ ਫਿਰ ਲੈਵਲਿੰਗ ਨੂੰ ਐਡਜਸਟ ਕਰਨਾ ਹੈ। ਨੈਕਸਟ ਆ ਗਿਆ ਕੰਟਰੋਲ ਬਾਕਸ। ਦੀ ਕੰਟਰੋਲ ਬਾਕਸ ਅਸੈਪਟ ਐਂਡ ਪ੍ਰੋਸੈਸ ਸਿਗਨਲ ਫਰੋਮ ਦੀ ਮਸ਼ੀਨ ਮਾਊਂਟਡ ਰਿਸੀਵਰ। ਇਟ ਡਿਸਪਲੇਸ ਦੀ ਸਿਗਨਲ ਟੂ ਇੰਡੀਕੇਟ ਦੀ ਡਰੈਗ ਬਕਟ ਪੋਜੀਸ਼ਨ ਰਿਲੇਟਿਵ ਟੂ ਦੀ ਫਿਨਿਸ਼ਿੰਗ ਗ੍ਰੇਡ। ਜਿਹੜਾ ਕੰਟਰੋਲ ਬਾਕਸ ਹੈ ਉਸ ਕੰਟਰੋਲ ਬਾਕਸ ਨੇ ਕੀ ਕਰਨਾ ਹੈ ਵੀ ਜਿਹੜੀ ਲਾਈਟ ਟਰਾਂਸਮੀਟਰ ਵੱਲੋਂ ਆਈ, ਰਿਸੀਵਰ ਨੇ ਰਿਸੀਵ ਕੀਤੀ, ਉਸ ਰਿਸੀਵਰ ਨੇ ਜਿਹੜੀ ਲੇਜ਼ਰ ਨੂੰ ਰਿਸੀਵ ਕੀਤਾ, ਉਸ ਰਿਸੀਵਰ ਨੇ ਅੱਗੇ ਕੀ ਕੀਤਾ, ਸਾਰੀ ਦੀ ਸਾਰੀ ਲਾਈਟ ਦੇ ਦਿੱਤੀ ਕੰਟਰੋਲ ਬਾਕਸ ਨੂੰ। ਕੰਟਰੋਲ ਬਾਕਸ ਇੱਕ ਤਰ੍ਹਾਂ ECU ਦਾ ਕੰਮ ਕਰਦਾ ਹੈ। ਜਿੱਦਾਂ ਆਪਾਂ ਗੱਡੀ 'ਚ ECU ਯੂਜ਼ ਕਰਦੇ ਹਾਂ ਨਾ, ਇੰਜਨ ਕੰਟਰੋਲ ਯੂਨਿਟ, ਉੱਦਾਂ ਹੀ ਕੰਟਰੋਲ ਬਾਕਸ ਦਾ ਕੰਮ ਹੈ ਸਾਰੇ ਸਿਸਟਮ ਨੂੰ ਕੰਟਰੋਲ ਕਰਨਾ। ਉਸ ਰੀਡਿੰਗ ਤੋਂ ਉਹਨੇ ਕੈਲਕੂਲੇਸ਼ਨ ਕਰਨੀ ਹੈ ਅਤੇ ਕੈਲਕੂਲੇਸ਼ਨ ਕਰਕੇ ਜਿਹੜੀ ਬਕਟ ਲੱਗੀ ਹੈ ਉਸ ਬਕਟ, ਜਿਹੜੀ ਡਰੈਗ ਬਕਟ ਆਪਾਂ ਯੂਜ਼ ਕੀਤੀ, ਉਸ ਬਕਟ ਦੀ ਪੋਜੀਸ਼ਨ ਨੂੰ ਉਹਨੇ ਐਡਜਸਟ ਕੀਤਾ ਵੀ ਬਕਟ ਨੂੰ ਅਸੀਂ ਅਬਵ ਕਰਨਾ ਹੈ, ਡਾਊਨ ਕਰਨਾ ਹੈ, ਜੇ ਬਕਟ ਨੂੰ ਅਸੀਂ ਉਸੇ ਪੋਜੀਸ਼ਨ 'ਤੇ ਰੱਖਣਾ ਹੈ। ਉਹ ਸਾਰੀ ਦੀ ਸਾਰੀ ਜਿਹੜੀ ਪੋਜੀਸ਼ਨਿੰਗ ਸੀਗੀ ਉਹ ਕੀਤੀ ਕਿੰਨੇ ਕੰਟਰੋਲ ਬਾਕਸ ਨੇ। ਇੱਦਾਂ ਹੀ ਨਾਲ ਲਾਸਟ ਪੁਆਇੰਟ ਜਿਹੜਾ ਤੁਹਾਡਾ ਆ ਗਿਆ ਉਹ ਆ ਗਿਆ ਜੀ ਹਾਈਡ੍ਰੋਲਿਕ ਸਿਸਟਮ।
The hydraulic system of the tractor is used to supply oil to raise and lower the leveling bucket। ਜਿਹੜੀ ਬਕਟ ਅਸੀਂ ਪਿੱਛੇ ਅਟੈਚ ਕੀਤੀ ਸੀਗੀ ਉਹਨੂੰ ਅਸੀਂ ਉੱਪਰ ਚੱਕਣਾ ਜਾਂ ਉਹਨੂੰ ਅਸੀਂ ਨੀਚੇ ਲੈ ਕੇ ਆਉਣਾ ਹੈ, ਉਹਦੇ ਲਈ ਆਪਾਂ ਇੱਕ ਹਾਈਡ੍ਰੋਲਿਕ ਸਿਸਟਮ ਜਿਹੜਾ ਉਹ ਤਾਂ ਹਰ ਟਰੈਕਟਰ ਦੇ ਵਿੱਚ ਹੁੰਦਾ ਹੀ ਹੁੰਦਾ। ਹਾਈਡ੍ਰੋਲਿਕ ਸਿਸਟਮ ਦੇ ਨਾਲ ਅਸੀਂ ਆਪਣੀ ਬਕਟ ਨੂੰ ਅਟੈਚ ਕਰਤਾ ਤਾਂ ਜੋ ਅਸੀਂ ਉਹਨੂੰ ਈਜ਼ੀਲੀ ਅਪ ਡਾਊਨ ਮੂਵ ਕਰਾ ਸਕੀਏ। ਹੁਣ ਕਰਦੇ ਹਾਂ ਗੱਲ ਆਪਾਂ ਵਰਕਿੰਗ ਦੀ, ਵੀ ਜਿਹੜਾ ਲੇਜ਼ਰ ਲੈਵਲਰ ਸੀਗਾ ਉਹਦੀ ਵਰਕਿੰਗ ਕਿੱਦਾਂ ਹੈ। ਦੇ ਸਿਸਟਮ ਇਨਕਲੂਡਸ ਏ ਲੇਜ਼ਰ transmitting unit that emits an infrared beam of light that can travel up to 700 meter in a perfect straight line। ਕਹਿੰਦੇ ਅਸੀਂ ਇਸ ਸਿਸਟਮ ਦੇ ਵਿੱਚ ਇੱਕ ਲੇਜ਼ਰ ਟਰਾਂਸਮਿਟਿੰਗ ਯੂਨਿਟ ਯੂਜ਼ ਕਰਦੇ ਹਾਂ। ਉਹ ਲੇਜ਼ਰ ਟਰਾਂਸਮਿਟਿੰਗ ਯੂਨਿਟ ਕੀ ਕਰਦਾ ਹੈ, ਇਨਫਰਾਰੈਡ ਬੀਮ ਜਿਹੜੀ ਨਾ ਲਾਈਟ ਦੀ ਉਹ ਕੱਢਦਾ ਹੈ। ਲਾਈਟ ਦੀ ਜਿਹੜੀ ਇਨਫਰਾਰੈਡ ਬੀਮ ਹੈ ਉਹਨੂੰ ਟਰਾਂਸਮਿਟ ਕਰਦਾ ਹੈ ਤੇ ਟਰਾਂਸਮਿਟ ਕਿੱਥੇ ਤੱਕ ਕਰ ਸਕਦਾ ਹੈ, ਉਹ ਕਹਿੰਦੇ 700 ਮੀਟਰ ਤੱਕ ਉਹ ਟਰਾਂਸਮਿਟ ਕਰ ਸਕਦਾ ਇਨ ਸਟ੍ਰੇਟ ਲਾਈਨ। ਸਟ੍ਰੇਟ ਲਾਈਨ ਦੇ ਵਿੱਚ 700 ਮੀਟਰ ਤੱਕ ਉਹਨੂੰ ਟਰਾਂਸਮਿਟ ਕੀਤਾ ਜਾ ਸਕਦਾ ਹੈ। ਦੀ ਸੈਕਿੰਡ ਪਾਰਟ ਆਫ ਦੀ ਲੇਜ਼ਰ ਸਿਸਟਮ ਇਜ਼ ਏ ਰਿਸੀਵਰ ਦੈਟ ਸੈਂਸਿਸ ਦੀ ਇਨਫਰਾਰੈਡ ਬੀਮ ਆਫ ਲਾਈਟ ਐਂਡ ਕਨਵਰਟ ਇਟ ਟੂ ਐਨ ਇਲੈਕਟ੍ਰੀਕਲ ਸਿਗਨਲ। ਕਹਿੰਦੇ ਜਿਹੜਾ ਦੂਜਾ ਪਾਰਟ ਹੈ ਲੇਜ਼ਰ ਸਿਸਟਮ ਦੇ ਵਿੱਚ ਉਹ ਕੀ ਹੈ, ਰਿਸੀਵਰ। ਰਿਸੀਵਰ ਦਾ ਕੰਮ ਕੀ ਹੈ, ਰਿਸੀਵਰ ਨੇ ਸੈਂਸ ਕਰਨਾ ਹੈ। ਕਿਹਨੂੰ ਸੈਂਸ ਕਰਨਾ ਹੈ, ਜਿਹੜੀ ਲਾਈਟ ਟਰਾਂਸਮਿਟ ਹੋਈ ਉਹਨੂੰ ਸੈਂਸ ਕਰਨਾ ਹੈ ਅਤੇ ਉਹਨੂੰ ਕਨਵਰਟ ਕਿਹਦੇ 'ਚ ਕਰਨਾ ਹੈ, ਉਹਨੂੰ ਕਨਵਰਟ ਕਰਨਾ ਇਲੈਕਟ੍ਰੀਕਲ ਸਿਗਨਲ ਦੇ ਵਿੱਚ। ਵੀ ਜਿਹੜੀ ਲਾਈਟ ਜਿਹੜੀ ਲੇਜ਼ਰ ਟਰਾਂਸਮਿਟ ਹੋਈ ਉਹਨੂੰ ਟਰਾਂਸਮਿਟ ਨੂੰ ਰਿਸੀਵ ਕਰਨ ਲਈ ਇੱਕ ਰਿਸੀਵਰ ਲੱਗਾ, ਉਸ ਰਿਸੀਵਰ ਨੇ ਉਹਨੂੰ ਰਿਸੀਵ ਕੀਤਾ ਅਤੇ ਰਿਸੀਵ ਕਰਕੇ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਉਹਨੂੰ ਕਨਵਰਟ ਕਰਤਾ। The electrical signal is directed by a control box to activate an electric hydraulically valve। ਉਹ ਜਿਹੜਾ ਇਲੈਕਟ੍ਰਿਕ ਸਿਗਨਲ ਸੀਗਾ ਕੰਟਰੋਲ ਬਾਕਸ 'ਚ ਜਿਹੜਾ ਪੈਦਾ ਹੋਇਆ ਉਹਨੇ ਕੀ ਕੀਤਾ, ਜਿਹੜੇ ਹਾਈਡ੍ਰੋਲਿਕ ਵਾਲਵ ਆਪਾਂ ਯੂਜ਼ ਕਰਦੇ ਹਾਂ, ਆਪਾਂ ਪੜ੍ਹੇ ਹਾਂ ਹਾਈਡ੍ਰੋਲਿਕ ਵਾਲਵ ਕੰਪੋਨੈਂਟਸ ਆਫ ਹਾਈਡ੍ਰੋਲਿਕ ਸਿਸਟਮ ਦੇ ਵਿੱਚ, ਉਹਨਾਂ ਨੂੰ ਐਕਟੀਵੇਟ ਕੀਤਾ ਸੈਵਰਲ ਟਾਈਮਸ ਏ ਸੈਕਿੰਡ। ਇੱਕ ਸੈਕਿੰਡ ਦੇ ਵਿੱਚ ਸੈਵਰਲ ਟਾਈਮਸ, ਇੱਕ ਸੈਕਿੰਡ ਦੇ ਵਿੱਚ ਕਾਫੀ ਵਾਰ। ਦਿਸ ਹਾਈਡ੍ਰੋਲਿਕ ਵਾਲਵ ਰੇਸਿਸ and lowers the blade of a grader to keep it following the infrared beam। ਇੱਕ ਸੈਕਿੰਡ ਦੇ ਵਿੱਚ ਕਹਿੰਦੇ ਕਾਫੀ ਵਾਰ ਜਿਹੜਾ ਵਾਲਵ ਸੀਗਾ ਉਹ ਰੇਸ ਵੀ ਹੋਇਆ ਅਤੇ ਲੋਅਰ ਵੀ ਹੋਇਆ। ਕਾਹਦੇ ਵਾਸਤੇ, ਤਾਂ ਜੋ ਗ੍ਰੇਡਰ ਦੀ ਜਿਹੜੀ ਇਨਫਰਾਰੈਡ ਬੀਮ ਹੈ, ਜਿਹੜੀ ਇਨਫਰਾਰੈਡ ਬੀਮ ਨਿਕਲਦੀ ਪਈ, ਜਿਹੜੀ ਲੇਜ਼ਰ 'ਚੋਂ ਲਾਈਟ ਨਿਕਲਦੀ ਪਈ ਹੈ, ਉਹਨੂੰ ਕੰਟਰੋਲ ਕਰ ਸਕੇ, ਉਹਦੇ ਅਕੋਰਡਿੰਗ ਅਪ ਡਾਊਨ ਮੂਵ ਕੀਤੀ। Laser leveling of a field is accomplished with a dual slope laser that automatically controls the blade of the land leveler to precisely grade the surface to eliminate all undulations tending to hold water। ਕਹਿੰਦੇ ਜਿਹੜੀ ਲੇਜ਼ਰ ਲੈਵਲਿੰਗ ਹੈ ਉਹਨੂੰ ਅਸੀਂ ਕਿੱਦਾਂ ਕੰਪਲੀਟ ਕਰ ਸਕਦੇ ਹਾਂ, ਵਿਦ ਏ ਡਿਊਲ ਸਲੋਪ ਲੇਜ਼ਰ। ਇੱਕ ਡਿਊਲ ਸਲੋਪ ਲੇਜ਼ਰ ਆਉਂਦੀ ਹੈ, ਜ਼ਿਆਦਾਤਰ ਐਗਰੀਕਲਚਰ ਦੇ ਵਿੱਚ ਯੂਜ਼ ਕਰਦੇ ਨੇ ਇਹਨੂੰ, ਜਾਂ ਫਿਰ ਇਹਨੂੰ ਯੂਜ਼ ਕਰਦੇ ਨੇ ਸਿਵਲ ਇੰਜੀਨੀਅਰਿੰਗ ਦੇ ਵਿੱਚ। ਠੀਕ ਹੈ, ਉਹਨੇ ਕੀ ਕਰਨਾ ਹੈ, ਆਟੋਮੈਟਿਕਲੀ ਕੰਟਰੋਲ ਕਰਨਾ ਹੈ। ਕਿਹਨੂੰ ਆਟੋਮੈਟਿਕਲੀ ਕੰਟਰੋਲ ਕਰਨਾ, ਬਲੇਡ ਨੂੰ। ਜਿਹੜਾ ਅਸੀਂ ਬਲੇਡ ਅਟੈਚ ਕੀਤਾ ਹੈ ਉਸ ਬਲੇਡ ਨੂੰ ਆਟੋਮੈਟਿਕਲੀ ਕੰਟਰੋਲ ਕਰਨਾ ਹੈ ਤਾਂ ਜੋ ਲੈਂਡ ਨੂੰ ਸਹੀ ਤਰ੍ਹਾਂ ਪ੍ਰੀਸਾਈਜ਼ਲੀ ਜਿਹੜਾ ਉਹ ਲੈਵਲ ਕਰ ਸਕੇ, ਟੂ ਐਲੀਮੀਨੇਟ ਆਲ ਅੰਡੂਲੇਸ਼ਨ ਟੈਂਡਿੰਗ ਟੂ ਹੋਲਡ ਵਾਟਰ। ਤਾਂ ਜੋ ਜਿੰਨੀਆਂ ਵੀ ਪਾਣੀ ਇਕੱਠੇ ਹੋਣ ਦੇ ਜਿੰਨੇ ਵੀ ਚਾਂਸ ਨੇ, ਇੱਕ ਜਗ੍ਹਾ 'ਤੇ ਪਾਣੀ ਕਲੋਗ ਹੋਣ ਦੇ ਜਿੰਨੇ ਵੀ ਚਾਂਸ ਨੇ ਉਹ ਘੱਟ ਹੋਣ, ਇੱਦਾਂ ਉਹਨੂੰ ਲੈਵਲ ਕਰਨਾ ਹੈ। ਲੇਜ਼ਰ ਟਰਾਂਸਮਿਟਰਸ ਕ੍ਰੀਏਟ ਏ ਰੈਫਰੈਂਸ ਪਲੇਨ ਓਵਰ ਦੀ ਵਰਕ ਏਰੀਆ ਬਾਈ ਰੋਟੇਟਿੰਗ ਦੀ ਲੇਜ਼ਰ ਬੀਮ 360 ਡਿਗਰੀ। ਜਿਹੜਾ ਲੇਜ਼ਰ ਟਰਾਂਸਮੀਟਰ ਹੈ ਉਹ ਕੀ ਕਰਦਾ ਹੈ, ਇੱਕ ਵਾਰ 360 ਡਿਗਰੀ ਘੁੰਮ ਕੇ ਇੱਕ ਰੈਫਰੈਂਸ ਪਲੇਨ ਜਿਹੜਾ ਉਹ ਤਿਆਰ ਕਰ ਲੈਂਦਾ ਆਪਣੇ ਲਈ। ਮਤਲਬ ਇੱਕ ਵਾਰ ਲੇਜ਼ਰ ਆਪਾਂ ਜਦੋਂ ਟਰਾਂਸਮੀਟਰ ਔਨ ਕਰਾਂਗੇ ਉਹ ਪੂਰਾ 360 ਡਿਗਰੀ ਰੋਟੇਟ ਕਰਕੇ ਆਪਣੇ ਵਾਸਤੇ ਗਰਾਊਂਡ ਨੂੰ ਚੈੱਕ ਕਰਕੇ ਆਪਣਾ ਮਤਲਬ ਰੈਫਰੈਂਸ ਪਲੇਨ ਤਿਆਰ ਕਰ ਲੇਗਾ। ਦੀ ਰਿਸੀਵਿੰਗ ਸਿਸਟਮ ਡਿਟੈਕਟ ਦੀ ਬੀਮ ਐਂਡ ਆਟੋਮੈਟਿਕਲੀ ਗਾਈਡ ਦੀ ਮਸ਼ੀਨ ਟੂ ਮੇਨਟੇਨ ਦੀ ਪ੍ਰੋਪਰ ਗ੍ਰੇਡ। ਉਸ ਤੋਂ ਬਾਅਦ ਕੀ ਹੋਏਗਾ, ਜਿੱਦਾਂ ਜਿੱਦਾਂ ਆਪਾਂ ਟਰੈਕਟਰ ਨੂੰ ਅੱਗੇ ਮੂਵ ਕਰਾਉਂਦੇ ਜਾਵਾਂਗੇ ਉਹਦੇ ਪਿੱਛੇ ਲੇਜ਼ਰ ਲੈਵਲਰ ਲੱਗਾ। ਲੇਜ਼ਰ ਲੈਵਲਰ ਕੀ ਕਰੇਗਾ, ਆਪਣੇ ਆਪ ਉਸ ਲੇਜ਼ਰ ਨੇ ਜੋ ਰਿਕਾਰਡ ਕੀਤਾ, ਜੋ ਪਲੇਨ ਇੱਕ ਆਪਣੇ ਅੰਦਰ ਸਟੋਰ ਕੀਤਾ, ਉਹਦੇ ਹਿਸਾਬ ਦੇ ਨਾਲ ਅਪ ਡਾਊਨ ਮੂਵਮੈਂਟ ਜਿਹੜੀ ਹੈ ਉਹ ਬਲੇਡ ਦੀ ਕਰੇਗਾ। ਦੀ ਲੇਜ਼ਰ ਕੈਨ ਬੀ ਲੈਵਲ ਔਰ ਸਲੋਪਡ ਇਨਟੂ 2 ਡਾਇਰੈਕਸ਼ਨ। ਜਿਹੜੀ ਲੇਜ਼ਰ ਹੈ ਉਹਨੂੰ ਲੈਵਲ ਜਾਂ ਸਲੋਪ ਕੀਤਾ ਜਾ ਸਕਦਾ ਹੈ 2 ਡਾਇਰੈਕਸ਼ਨਾਂ ਦੇ ਵਿੱਚ। ਦਿਸ ਇਜ਼ ਆਲ ਅਕੰਪਲਿਸ਼ਡ ਆਟੋਮੈਟਿਕਲੀ ਵਿਦਾਊਟ ਦੀ ਓਪਰੇਟਰ ਟੱਚਿੰਗ ਦੀ
ਹਾਈਡ੍ਰੋਲਿਕ ਕੰਟਰੋਲਸ। ਕਹਿੰਦੇ ਇਹ ਜਿਹੜਾ ਕੰਟਰੋਲ ਹੈ ਇਹ ਸਭ ਕੁਝ ਆਟੋਮੈਟਿਕ ਹੁੰਦਾ ਹੈ ਵੀ ਡਰਾਈਵਰ ਨੂੰ ਜਿਹੜਾ ਓਪਰੇਟਰ ਹੈ ਉਹਨੂੰ ਕਿਸੇ ਵੀ ਕੰਟਰੋਲ ਨੂੰ ਟੱਚ ਕਰਨ ਦੀ ਲੋੜ ਨਹੀਂ ਪੈਂਦੀ। ਜਿਹੜਾ ਕੰਟਰੋਲ ਬਾਕਸ ਹੈ ਉਹਨੂੰ ਅਸੀਂ ਹਾਈਡ੍ਰੋਲਿਕ ਸਿਸਟਮ ਦੇ ਨਾਲ ਕਨੈਕਟ ਕਰ ਦਿੰਦੇ ਹਾਂ, ਇਸ ਕਰਕੇ ਆਪਣੇ ਆਪ ਜਿਹੜਾ ਸਾਰਾ ਸਿਸਟਮ ਹੈ ਇਹ ਚੱਲਦਾ ਰਹਿੰਦਾ ਹੈ। ਬੈਨੀਫਿਟਸ ਆਫ ਲੇਜ਼ਰ ਲੈਂਡ ਲੈਵਲਿੰਗ ਓਵਰ ਕਨਵੈਨਸ਼ਨਲ ਲੈਂਡ ਲੈਵਲਿੰਗ। ਇਹ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਲੇਜ਼ਰ ਸਿਸਟਮ ਦਿਖਾਉਣਾ ਚਾਹੁੰਦਾ ਵੀ ਲੇਜ਼ਰ ਸਿਸਟਮ ਕਿੱਦਾਂ ਦਾ ਹੈ। ਵੇਟ, ਬੈਨੀਫਿਟਸ ਤੋਂ ਪਹਿਲਾਂ ਨਾ ਅਸੀਂ ਇੱਕ ਵਾਰ ਵੀਡੀਓ ਦੇਖਦੇ ਹਾਂ, ਵੀਡੀਓ ਤੋਂ ਸਾਨੂੰ ਕਲੀਅਰ ਹੋ ਜਾਏਗਾ ਲੈਂਡ ਲੈਵਲ ਦਾ ਕਾਫੀ ਜ਼ਿਆਦਾ ਵੀ ਕਿੱਦਾਂ ਕੰਮ ਕਰਦਾ ਹੈ। ਇਹ ਦੇਖੋ, ਇਹਦੇ 'ਚ ਉਹਨਾਂ ਨੇ ਦਿਖਾਇਆ ਹੈ ਵੀ ਲੈਂਡ ਲੈਵਲਰ ਜਿਹੜਾ ਲੇਜ਼ਰ ਲੈਵਲਰ ਹੈ ਉਹ ਕਿੱਦਾਂ ਕੰਮ ਕਰਦਾ ਹੈ, ਕੀ ਕੀ ਉਹਦੇ ਕੰਪੋਨੈਂਟਸ ਨੇ, ਕਿੱਦਾਂ ਅਸੀਂ ਉਹਨਾਂ ਨੂੰ ਜੋੜਦੇ ਹਾਂ, ਡਿਸਕਨੈਕਟ ਕਿੱਦਾਂ ਕਰਦੇ ਹਾਂ, ਕਨੈਕਟ ਕਿੱਦਾਂ ਕਰਦੇ ਹਾਂ, ਉਹ ਜਿਹੜਾ ਤੁਹਾਨੂੰ ਉਹਦੇ 'ਚ ਐਕਸਪਲੇਨ ਕੀਤਾ ਉਹਨਾਂ ਨੇ। ਇਹ ਜਿਹੜਾ ਤੁਸੀਂ ਟਰੈਕਟਰ ਦੇ ਪਿੱਛੇ ਲੱਗਿਆ ਇਕਵਿਪਮੈਂਟ ਦੇਖ ਰਹੇ ਹੋ ਨਾ, ਇਹ ਜੀ ਲੇਜ਼ਰ ਲੈਵਲਰ। ਟਰੈਕਟਰ ਦਾ ਜਿਹੜਾ ਹਾਈਡ੍ਰੋਲਿਕ ਸਿਸਟਮ ਹੈ ਉਹਦੇ ਨਾਲ ਉਹਨਾਂ ਨੇ ਹਾਈਡ੍ਰੋਲਿਕ ਪਾਈਪਸ ਨੂੰ ਜੋੜਤਾ ਵੀ ਜਿਹੜੀਆਂ ਲੈਵਲਰ ਦੀਆਂ ਹਾਈਡ੍ਰੋਲਿਕ ਪਾਈਪ ਸੀਗੀਆਂ ਉਹਨਾਂ ਨੂੰ ਟਰੈਕਟਰ ਦੇ ਹਾਈਡ੍ਰੋਲਿਕ ਸਿਸਟਮ ਦੇ ਨਾਲ ਜੋੜਿਆ ਉਹਨਾਂ ਨੇ, ਤਾਂ ਜੋ ਟਰੈਕਟਰ ਦਾ ਜਿਹੜਾ ਹਾਈਡ੍ਰੋਲਿਕ ਸਿਸਟਮ ਹੈ, ਹਾਈਡ੍ਰੋਲਿਕ ਆਇਲ ਹੈ, ਉਹ ਇਹਨਾਂ ਪਾਈਪਸ ਦੇ ਵਿੱਚ ਆ ਜਾਵੇ। ਇਹ ਪਿੱਛੇ ਜਿਹੜਾ ਪਾਰਟ ਲੱਗਾ ਹੈ ਬਰੋਡ ਜਿਹਾ, ਇਹਨੂੰ ਅਸੀਂ ਬਕਟ ਕਹਿੰਦੇ ਹਾਂ। ਇਹ ਹਾਈਡ੍ਰੋਲਿਕ ਸਿਸਟਮ ਦੇਖੋ ਆਪਰੇਟ ਹੋਣ ਲੱਗ ਪਿਆ। ਇਹ ਜਿਹੜਾ ਸ਼ੋਕਰ ਲੱਗਾ ਹੈ ਇਹ ਰਿਹਾ ਜੀ ਲੇਜ਼ਰ ਟਰਾਂਸਮੀਟਰ, ਇਹਨੇ ਲੇਜ਼ਰ ਨੂੰ ਟਰਾਂਸਮਿਟ ਕਰਨਾ ਹੈ। ਇਹ ਲੱਗਾ ਟਰੈਕਟਰ ਦੇ ਪਿੱਛੇ ਜਿਹੜੀ ਮਸ਼ੀਨ ਹੈ ਉਹਦੇ ਵਿੱਚ, ਇਹਨੇ ਰਿਸੀਵ ਕਰਨਾ ਹੈ। ਇੱਕ ਰਿਸੀਵਰ ਹੈ, ਇੱਕ ਟਰਾਂਸਮੀਟਰ ਹੈ। ਜਿਹੜਾ ਟਰੈਕਟਰ ਉੱਪਰ ਲੱਗਾ ਜੀ ਕੰਟਰੋਲ ਬਾਕਸ, ਇਹਨੇ ਚਲਦੇ ਚਲਦੇ ਆਪਣੇ ਆਪ ਲੈਵਲ ਕਰਦੇ ਜਾਣਾ ਹੈ। ਜਿੱਥੇ ਮਿੱਟੀ ਘੱਟ ਹੋਏਗੀ ਉੱਥੇ ਆਪਣੇ ਆਪ ਮਿੱਟੀ ਪਾਉਂਦੇ ਜਾਣਾ ਹੈ। ਅੰਦਰ ਬਕਟ ਦੇ ਵਿੱਚ ਸਾਰੀ ਮਿੱਟੀ ਇਕੱਠੀ ਹੈ। ਉਹ ਉੱਪਰ ਟਾਵਰ ਜਿਹਾ ਜਿਹੜਾ ਬਣਿਆ ਹੋਇਆ ਹੈ ਉਹ ਟਾਵਰ ਕੀ ਹੈ, ਉਹ ਰਿਸੀਵਰ ਹੈ। ਅਤੇ ਜਿਹੜਾ ਪਿੱਛੇ ਟਰਾਈਪੋਡ 'ਤੇ ਲੱਗਾ ਹੈ ਉਹ ਟਰਾਂਸਮੀਟਰ ਹੈ, ਉਹ ਟਰਾਂਸਮਿਟ ਕਰਦਾ ਪਿਆ। ਇਹ ਦੇਖੋ ਫਾਲਤੂ ਮਿੱਟੀ ਜਿਹੜੀ ਉਹ ਅੰਦਰ ਇਕੱਠੀ ਹੋਈ ਜਾਂਦੀ ਪਈ ਹੈ, ਅਤੇ ਜਿੱਥੇ ਜਿੱਥੇ ਮਿੱਟੀ ਘੱਟ ਹੈ ਅਕੋਰਡਿੰਗ ਟੂ ਲੈਵਲ ਉੱਥੇ ਉੱਥੇ ਮਿੱਟੀ ਪਈ ਜਾਂਦੀ ਪਈ ਹੈ। ਇਸ ਤਰ੍ਹਾਂ ਕੁਛ ਕੰਮ ਕਰਦਾ ਸਾਡਾ ਲੈਂਡ ਲੇਜ਼ਰ ਲੈਵਲਰ, ਜਿਹਦੇ 'ਚ ਆਪਾਂ ਲੇਜ਼ਰ ਦੀ ਹੈਲਪ ਦੇ ਨਾਲ ਆਪਾਂ ਕਰਦੇ ਹਾਂ। ਇਹਦੇ ਬੈਨੀਫਿਟਸ ਨੇ, ਕੁਛ ਬੈਨੀਫਿਟਸ ਕੀ ਨੇ? ਇੱਕ ਰਿਡਕਸ਼ਨ ਹੈ ਕਾਹਦੇ ਵਿੱਚ? ਟਾਈਮ ਐਂਡ ਵਾਟਰ ਫਾਰ ਇਰੀਗੇਸ਼ਨ। ਟਾਈਮ ਘੱਟ ਲੱਗਦਾ ਅਤੇ ਵਾਟਰ ਵੀ ਘੱਟ ਲੱਗਦਾ ਇਰੀਗੇਸ਼ਨ ਲਈ, ਉਹਦੇ 'ਚ ਰਿਡਕਸ਼ਨ ਹੋ ਜਾਂਦੀ ਜੇ ਆਪਾਂ ਉਹਨੂੰ ਲੈਂਡ ਨੂੰ ਲੈਵਲ ਕੀਤਾ ਹੋਵੇ। ਯੂਨੀਫਾਰਮ ਡਿਸਟਰੀਬਿਊਸ਼ਨ ਆਫ ਵਾਟਰ, ਪਾਣੀ ਜਿਹੜਾ ਉਹ ਵੀ ਯੂਨੀਫਾਰਮਲੀ ਡਿਸਟਰੀਬਿਊਟ ਹੁੰਦਾ ਹੈ ਜੇ ਲੈਂਡ ਲੈਵਲ ਹੋਵੇ। ਲੈਸ ਵਾਟਰ ਕੰਜ਼ੰਪਸ਼ਨ ਇਨ ਲੈਂਡ ਪ੍ਰਪਰੇਸ਼ਨ, ਜਦੋਂ ਆਪਾਂ ਖੇਤ ਤਿਆਰ ਕਰਨਾ ਹੈ ਉਦੋਂ ਪਾਣੀ ਦੀ ਲੋੜ ਘੱਟ ਪੈਣੀ ਹੈ। ਪ੍ਰੀਸਾਈਜ਼ ਲੈਵਲ ਐਂਡ ਸਮੂਥਰ ਸੋਇਲ ਸਰਫੇਸ, ਜਿਹੜਾ ਲੈਵਲ ਹੈ ਗਰਾਊਂਡ ਦਾ ਉਹ ਪ੍ਰੀਸਾਈਜ਼ ਹੋਏਗਾ, ਜਿੰਨਾ ਅਸੀਂ ਸੈੱਟ ਕਰਾਂਗੇ ਓਨਾ ਹੋਏਗਾ, ਅਤੇ ਜਿਹੜੀ ਸੋਇਲ ਦੀ ਸਰਫੇਸ ਹੈ ਉਹ ਵੀ ਸਮੂਥ ਹੋਏਗੀ। ਯੂਨੀਫਾਰਮ ਮੋਇਸਚਰ ਇਨਵਾਇਰਮੈਂਟ ਫॉर ਕ੍ਰੌਪਸ, ਲੈਵਲ ਹੋਣ ਦੇ ਕਾਰਨ ਜਿਹੜਾ ਮੋਇਸਚਰ ਹੈ ਉਹ ਵੀ ਇਕੁਅਲੀ ਡਿਸਟਰੀਬਿਊਟ ਹੋਏਗਾ ਹਰ ਪਾਸੇ, ਅਤੇ ਮੋਇਸਚਰ ਕੰਟੈਂਟ ਵੀ ਜਿਹੜਾ ਉਹ ਵੀ ਸੇਮ ਰਹੇਗਾ, ਮਤਲਬ ਪੂਰੀ ਖੇਤ ਦੇ ਵਿੱਚ। ਲੈਸਰ ਵੀਡਸ ਇਨ ਦੀ ਫੀਲਡ, ਜਿਹੜੀ ਫਾਲਤੂ ਬੂਟੇ ਵਗੈਰਾ ਉੱਗ ਜਾਂਦੇ ਨੇ ਉਹ ਨਹੀਂ ਉੱਗਣਗੇ ਫੀਲਡ ਦੇ ਵਿੱਚ। ਗਰੋਥ ਜਿਹੜੀ ਹੋਏਗੀ ਕ੍ਰੌਪ ਦੀ ਉਹ ਜ਼ਿਆਦਾ ਵਧੀਆ ਹੋਏਗੀ, ਜਰਮੀਨੇਸ਼ਨ ਵੀ ਸਹੀ ਹੋਏਗੀ। ਯੂਨੀਫਾਰਮ ਇਨ ਕ੍ਰੌਪ ਮੈਚੋਰਿਟੀ, ਵੀ ਫਸਲਾਂ ਜਿਹੜੀਆਂ ਵਧਣਗੀਆਂ ਉਹ ਵੀ ਯੂਨੀਫਾਰਮਲੀ ਵਧਣਗੀਆਂ, ਐ ਨਹੀਂ ਵੀ ਕੋਈ ਜ਼ਿਆਦਾ ਵੱਧ ਗਈ ਕੋਈ ਘੱਟ ਵੱਧ ਗਈ, ਇੱਦਾਂ ਨਹੀਂ ਹੋਏਗਾ। ਰਿਡਿਊਸ ਸੀਡ ਰੇਟ, ਫਰਟੀਲਾਈਜ਼ਰ, ਕੈਮੀਕਲਸ ਐਂਡ ਫਿਊਲ ਰਿਕੁਆਇਰਮੈਂਟ, ਫਿਊਲ ਦੀ ਕੰਜ਼ੰਪਸ਼ਨ ਘੱਟ ਹੋਏਗੀ, ਕੈਮੀਕਲ ਦੀ ਕੰਜ਼ੰਪਸ਼ਨ ਘੱਟ ਹੋਏਗੀ, ਫਰਟੀਲਾਈਜ਼ਰ ਦੀ ਕੰਜ਼ੰਪਸ਼ਨ ਘੱਟ ਹੋਏਗੀ। ਜਿਹੜਾ ਸੀਡ ਰੇਟ ਹੈ ਉਹ ਵੀ ਸਾਡਾ ਜਿਹੜਾ ਆਪਣੇ ਆਪ ਘੱਟ ਜਾਏਗਾ। ਮਤਲਬ ਕਿੰਨੇ ਡਿਸਟੈਂਸ ਤੋਂ ਬਾਅਦ ਆਪਾਂ ਸੀਡ ਨੂੰ ਇੰਪਲਾਂਟ ਕਰਨਾ ਹੈ ਉਹ ਡਿਸਟੈਂਸ ਵੀ ਜਿਹੜਾ ਉਹ ਵੀ ਰਿਡਿਊਸ ਹੋ ਜਾਏਗਾ। ਸੋ ਇਹ ਸੀਗਾ ਤੁਹਾਡਾ ਲੇਜ਼ਰ ਲੈਂਡ ਲੈਵਲਰ। ਬਾਕੀ ਅਸੀਂ ਹੁਣ ਨੈਕਸਟ ਲੈਕਚਰ ਸਟੱਡੀ ਕਰਾਂਗੇ।